ਭਗਤਾਂ ਦੀ ਦੁਨੀਆ ਨਿਰਾਲੀ ਹੈ। ਪ੍ਰਭੂ ਭਗਤੀ ਕਰਨ ਵਾਲਿਆਂ ਦੀ ਗਿਣਤੀ ਨਹੀਂ ਹੋ ਸਕਦੀ। ਇਸ ਜਗਤ ਵਿੱਚ ਅਨੇਕਾਂ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਆਸਰੇ ਜੀਵਨ ਬਤੀਤ ਕੀਤੇ ਹਨ ਤੇ ਉਹ ਇਸ ਜਗਤ ਵਿੱਚ ਅਮਰ ਹੋਏ, ਜਦੋਂ ਕਿ ਹੋਰ ਲੋਕ ਜੋ ਮਾਇਆਧਾਰੀ ਸਨ ਉਹ ਮਾਰੇ ਗਏ ਤੇ ਉਹਨਾਂ ਦਾ ਕੁਝ ਨਹੀਂ ਬਣਿਆ। ਐਸੇ ਪੁਰਸ਼ਾਂ ਵਿੱਚੋਂ ਭਗਤ ਬੇਣੀ ਜੀ ਵੀ ਹੋਏ ਹਨ। ਭਗਤ ਬੇਣੀ ਜੀ ਦਾ ਅਸਲ ਨਾਮ ਬ੍ਰਹਮਪਾਟ ਬੇਣੀ ਸੀ। ਭਗਤ ਜੀ ਦਾ ਜਨਮ ਸੰਮਤ 1617ਵੀਂ ਬਿਕਰਮੀ ਵਿੱਚ ਅਸਨੀ ਪਿੰਡ ਵਿੱਚ ਹੋਇਆ। ਜਾਤੀ ਦੇ ਬ੍ਰਾਹਮਣ ਸਨ ਅਤੇ ਗਰੀਬ ਇੰਨੇ ਸਨ ਕਿ ਜੀਵਨ ਤੋਂ ਉਦਾਸ ਹੋ ਗਏ ਸਨ। ਰਾਤ ਦਿਨ ਇਹੀ ਵਿਚਾਰਦੇ ਸਨ ਕਿ ਮਨੁੱਖ ਨੂੰ ਆਪਣੇ ਜੀਵਨ ਦਾ ਅੰਤ ਕਰਨਾ ਚਾਹੀਦਾ ਹੈ। ਕੀ ਪਤਾ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਮੈਂ ਸੁਖੀ ਹੋ ਜਾਵਾਂ। ਐਸੀਆਂ ਹੀ ਦਲੀਲਾਂ ਕਰਿਆ ਕਰਦੇ ਸਨ, ਕਿਉਂਕਿ ਭੁੱਖੇ ਬੱਚਿਆਂ ਦਾ ਵਿਲਕਣਾ ਉਹਨਾਂ ਤੋਂ ਦੇਖਿਆ ਨਹੀਂ ਜਾਂਦਾ ਸੀ। ਹਰ ਰੋਜ਼ ਉਹਨਾਂ ਦੀ ਇਸਤਰੀ ਲੜਦੀ ਸੀ। ਉਹ ਐਸੇ ਮਾਇਆ ਘਾਟੇ ਦੇ ਦੁੱਖਾਂ ਤੋਂ ਤੰਗ ਆ ਗਏ ਸਨ ਤੇ ਹਰ ਰੋਜ਼ ਮਨ ਹੀ ਮਨ ਕਲੇਸ਼ ਕਰਦੇ ਸਨ। ਉਹ ਉਦਾਸ ਹੋ ਕੇ ਘਰੋਂ ਚੱਲ ਪਏ। ਸਬੱਬ ਨਾਲ ਰਾਹ ਵਿੱਚ ਉਹਨਾਂ ਨੂੰ ਇੱਕ ਮਹਾਂਪੁਰਸ਼ ਮਿਲਿਆ। ਉਸ ਨਾਲ ਬਚਨ ਬਿਲਾਸ ਹੋਏ ਤਾਂ ਮਹਾਂਪੁਰਸ਼ਾਂ ਨੇ ਪੁੱਛਿਆ, ਹੇ ਬੇਣੀ, ਕਿੱਧਰ ਚੱਲਿਆ ਹੈ? ਭਗਤ ਬੇਣੀ ਜੀ ਨੇ ਕਿਹਾ, ਮਹਾਰਾਜ ਜੀ, ਕੀ ਦੱਸਾਂ, ਘਰ ਵਿੱਚ ਗਰੀਬੀ ਬਹੁਤ ਹੈ। ਇਸ ਨੰਗ ਭੁੱਖ ਦੀ ਦਸ਼ਾ ਨੇ ਦੁਖੀ ਕੀਤਾ ਹੈ। ਸਮਝ ਨਹੀਂ ਆਉਂਦੀ ਕੀ ਕਰਾਂ। ਇਹੋ ਚਿੱਤ ਆਉਂਦਾ ਹੈ ਕਿ ਮਰ ਹੀ ਜਾਵਾਂ। ਇਸਤਰੀ ਤੇ ਬੱਚੇ ਆਪੇ ਭੁੱਖ ਨਾਲ ਮਰ ਜਾਣਗੇ। ਐਸਾ ਵਿਚਾਰ ਕੇ ਬਾਹਰ ਨੂੰ ਚੱਲਿਆ ਹਾਂ। ਮਹਾਂਪੁਰਸ਼ਾਂ ਨੇ ਕਿਹਾ, ਮਰਿਆਂ ਦੁੱਖ ਦੂਰ ਨਹੀਂ ਹੁੰਦੇ। ਆਤਮ ਘਾਤ ਕਰੇਗਾ ਤਾਂ ਆਤਮਾ ਦੁਖੀ ਹੋਏਗੀ, ਨਰਕਾਂ ਦਾ ਭਾਗੀ ਬਣੇਗਾ। ਮਿਹਨਤ ਕਰ। ਜੇ ਹੋਰ ਮਿਹਨਤ ਨਹੀਂ ਕਰਨੀ ਤਾਂ ਪ੍ਰਭੂ ਭਗਤੀ ਦੀ ਹੀ ਮਿਹਨਤ ਕਰਿਆ ਕਰ। ਜੋ ਭਗਤੀ ਕਰਦਾ ਹੈ ਪਰਮਾਤਮਾ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ। ਜੀਵਾਂ ਦੀ ਚਿੰਤਾ ਪਰਮਾਤਮਾ ਨੂੰ ਹੈ। ਕਰਮ ਗਤੀ ਹੈ, ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਕਿਸੇ ਜਨਮ ਵਿੱਚ ਐਸਾ ਕਰਮ ਹੋਇਆ ਹੈ ਜੋ ਇਹ ਦੁੱਖ ਦੇ ਦਿਨ ਦੇਖਣੇ ਪਏ। ਹੁਣ ਤੂੰ ਪ੍ਰਭੂ ਦੀ ਭਗਤੀ ਕਰ ਤਾਂ ਜ਼ਰੂਰ ਭਲਾ ਹੋਏਗਾ। ਉਸ ਮਹਾਂਪੁਰਸ਼ ਦਾ ਉਪਦੇਸ਼ ਬੇਣੀ ਜੀ ਨੂੰ ਚੰਗਾ ਲੱਗਾ। ਮਨ ਤੇ ਅਸਰ ਹੋਇਆ ਤੇ ਜੰਗਲ ਵੱਲ ਚੱਲ ਪਏ। ਉਹ ਜਾ ਕੇ ਭਗਤੀ ਕਰਨ ਲੱਗੇ। ਇਸ ਤਰ੍ਹਾਂ ਕੁਝ ਦਿਨ ਲੰਘ ਗਏ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਉਚਾਰਿਆ ਹੈ, ਗੁਰਮੁਖ ਬੇਣੀ ਭਗਤ ਕਰ, ਜਾਏ ਏਕਾਂਤ ਬਹਿ ਲਿਵ ਲਾਵੈ, ਕਰਮ ਕਰੈ ਅਧਿਆਤਮੀ, ਹੋਰਸ ਕਿਸੈ ਨਾ ਅਲਖ ਲਖਾਵੈ, ਘਰ ਆਇਆ ਜਾ ਪੁੱਛੀਐ, ਰਾਜ ਦੁਆਰ ਗਿਆ ਆਲਾਵੈ, ਘਰ ਸਭ ਵਥੂ ਮੰਗੀਆਂ, ਵਲ ਛਲ ਕਰਕੇ ਝੱਤ ਲੰਘਾਵੈ, ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ, ਪੈਜ ਸਵਾਰੈ ਭਗਤ ਦੀ, ਰਾਜਾ ਹੋਏ ਕੈ ਘਰ ਚਲਾਵੈ, ਦੇ ਦਿਲਾਸਾ ਤੁਸਿ ਕੈ, ਅਣਗਣਤੀ ਖਰਚੀ ਪਹੁੰਚਾਵੈ, ਉਥੋਂ ਆਇਆ ਭਗਤ ਪਾਸ, ਹੋਏ ਦਇਆਲ ਹੇਤ ਉਪਜਾਵੈ, ਭਗਤ ਜਨਾ ਜੈਕਾਰ ਕਰਾਵੈ। ਮਹਾਂਪੁਰਖ ਦੇ ਦੱਸੇ ਅਨੁਸਾਰ ਭਗਤ ਬੇਣੀ ਜੀ ਬਾਹਰ ਇਕਾਂਤ ਵਿੱਚ ਸਮਾਧੀ ਲਾ ਕੇ ਭਗਤੀ ਕਰਨ ਲਈ ਮਨ ਇਕਾਗਰ ਕਰ ਲੈਂਦੇ, ਪਰ ਭਗਤੀ ਗੁਪਤ ਰੱਖਣ ਲੱਗ ਪਏ। ਕਿਸੇ ਨੂੰ ਉਹਨਾਂ ਨੇ ਨਹੀਂ ਦੱਸਿਆ। ਜਦੋਂ ਉਹ ਘਰ ਆਉਂਦੇ ਤਾਂ ਉਹਨਾਂ ਦੀ ਇਸਤਰੀ ਪੁੱਛਦੀ, ਕਿੱਥੋਂ ਆਏ ਹੋ? ਤਾਂ ਭਗਤ ਬੇਣੀ ਜੀ ਇਉਂ ਕਹਿੰਦੇ, ਰਾਜ ਦਰਬਾਰ ਵਿੱਚ ਕਥਾ ਕਰਦਾ ਹਾਂ। ਜਦੋਂ ਕਥਾ ਮੁੱਕੇਗੀ, ਭੋਗ ਪਵੇਗਾ ਤਾਂ ਜ਼ਰੂਰ ਹੀ ਰਾਜਾ ਦੱਖਣਾ ਦੇਵੇਗਾ। ਉਹ ਧਨ ਪਦਾਰਥ ਬਹੁਤ ਹੋਏਗਾ। ਉਸ ਨਾਲ ਆਪਣੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਇਹ ਸੁਣ ਕੇ ਬੇਣੀ ਜੀ ਦੀ ਇਸਤਰੀ ਕ੍ਰੋਧ ਨਾਲ ਕੱਪੜਿਆਂ ਤੋਂ ਬਾਹਰ ਹੋ ਗਈ। ਉਸਨੇ ਆਖਿਆ, ਚੁੱਲ੍ਹੇ ਵਿੱਚ ਪਵੇ ਤੇਰਾ ਰਾਜਾ। ਕਥਾ ਦਾ ਕੀ ਪਤਾ ਭੋਗ ਕਦੋਂ ਪਵੇ। ਤੁਸੀਂ ਮੈਨੂੰ ਰਾਸ਼ਨ ਲਿਆ ਕੇ ਦਿਓ, ਨਹੀਂ ਤੇ ਘਰ ਨਾ ਆਉਣਾ। ਆਪਣੀ ਪਤਨੀ ਦੇ ਇਸ ਤਰ੍ਹਾਂ ਕੌੜੇ ਬਚਨ ਸੁਣ ਕੇ ਭਗਤ ਬੇਣੀ ਜੀ
ਚੁੱਪਚਾਪ ਜੰਗਲ ਨੂੰ ਤੁਰ ਗਏ ਤੇ ਜਾ ਕੇ ਭਗਤੀ ਵਿੱਚ ਲੱਗ ਗਏ। ਐਸੀ ਸੁਰਤ ਪ੍ਰਭੂ ਨਾਲ ਜੁੜੀ ਕਿ ਸਭ ਕੁਝ ਭੁੱਲ ਗਏ। ਇਸਤਰੀ ਦਾ ਰੋਣਾ ਚੇਤੇ ਨਾ ਆਇਆ, ਭੁੱਖ ਨੰਗ ਤੇ ਆਪਣੀ ਭੁੱਖ ਚੇਤੇ ਨਾ ਰਹੀ ਤੇ ਪਰਮਾਤਮਾ ਨੂੰ ਯਾਦ ਕਰੀ ਗਏ। ਉਧਰ ਅੰਤਰਜਾਮੀ ਪ੍ਰਭੂ ਨੇ ਸੱਚ ਹੀ ਭਗਤ ਦੀ ਭਗਤੀ ਸੁਣ ਲਈ। ਆਪਣੇ ਸੇਵਕ ਦਾ ਮਾਣ ਰੱਖਣ ਲਈ, ਆਪਣੇ ਨਾਂ ਦੀ ਮਹਿਮਾ ਪ੍ਰਗਟ ਕਰਨ ਲਈ ਉਹਨਾਂ ਨੇ ਰਾਜੇ ਦਾ ਰੂਪ ਧਾਰਿਆ ਤੇ ਰਾਸ਼ਨ ਦੇ ਗੱਡੇ ਭਰ ਲਏ। ਧਨ ਲੱਦਿਆ ਤੇ ਜਾ ਕੇ ਬੇਣੀ ਜੀ ਦੀ ਪਤਨੀ ਨੂੰ ਪੁੱਛਿਆ, ਬ੍ਰਹਮ ਭੱਟ ਬੇਣੀ ਦਾ ਘਰ ਇਹੋ ਹੈ? ਭਗਤ ਬੇਣੀ ਜੀ ਦੀ ਪਤਨੀ ਬੋਲੀ, ਜੀ ਇਹੋ ਹੈ। ਪਤਾ ਨਹੀਂ ਕਿੱਧਰ ਉਜੜਿਆ ਹੈ। ਪਰਮਾਤਮਾ ਨੇ ਰਾਜੇ ਦੇ ਅਹਿਲਕਾਰ ਦੇ ਰੂਪ ਵਿੱਚ ਆਖਿਆ, ਉਹ ਰਾਜ ਦਰਬਾਰ ਵਿੱਚ ਕਥਾ ਕਰਦੇ ਹਨ। ਉਹਨਾਂ ਨੇ ਰਾਸ਼ਨ ਭੇਜਿਆ ਹੈ, ਅੰਨ ਹੈ, ਲੀੜੇ ਹਨ, ਮਿੱਠਾ ਹੈ ਤੇ ਘਿਓ ਹੈ, ਇਹ ਸਭ ਸਾਂਭ ਲਓ। ਕਥਾ ਪੂਰੀ ਹੋਣ ਤੇ ਬਹੁਤ ਕੁਝ ਮਿਲੇਗਾ। ਭਗਤ ਬੇਣੀ ਜੀ ਦੀ ਪਤਨੀ ਨੂੰ ਲਾਜ ਆਈ ਕਿ ਉਹ ਝੂਠ ਨਹੀਂ ਆਖਦੇ ਸਨ, ਸੱਚ ਹੀ ਰਾਜੇ ਦੇ ਦਰਬਾਰ ਵਿੱਚ ਜਾਂਦੇ ਸਨ। ਮੈਂ ਐਵੇਂ ਹੀ ਗੁੱਸਾ ਕੀਤਾ। ਉਸਨੇ ਸਾਰਾ ਸਮਾਨ ਰੱਖ ਲਿਆ ਤੇ ਖੁਸ਼ ਹੋ ਕੇ ਭਗਤ ਬੇਣੀ ਜੀ ਨੂੰ ਚੇਤੇ ਕਰਨ ਲੱਗੀ। ਇਹ ਵੀ ਆਖ ਦਿੱਤਾ, ਜੀ ਸਵੇਰੇ ਕੁਝ ਖਫਾ ਹੋ ਕੇ ਗਏ ਹਨ, ਉਹਨਾਂ ਨੂੰ ਛੇਤੀ ਭੇਜ ਦੇਣਾ। ਪ੍ਰਭੂ ਇਹ ਲੀਲਾ ਦੇਖ ਕੇ ਪ੍ਰਸੰਨ ਹੋ ਗਏ ਤੇ ਸਿੱਧੇ ਭਗਤ ਬੇਣੀ ਜੀ ਕੋਲ ਪੁੱਜੇ। ਉਹਨਾਂ ਨੂੰ ਜਾ ਕੇ ਸੁਰਤ ਵਿੱਚ ਲਿਆਂਦਾ ਤੇ ਆਖਿਆ, ਹੋਸ਼ ਕਰ, ਤੇਰੀ ਭਗਤੀ ਪ੍ਰਵਾਨ ਹੋਈ। ਜਾ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਹੋਈਆਂ, ਕਿਸੇ ਗੱਲ ਦੀ ਘਾਟ ਨਹੀਂ ਰਹੀ। ਭਗਤ ਬੇਣੀ ਜੀ ਨੇ ਦਰਸ਼ਨ ਕੀਤੇ, ਬਚਨ ਸੁਣੇ, ਪਰ ਜਦੋਂ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੇ ਤਾਂ ਪ੍ਰਭੂ ਆਪਣੀ ਮਾਇਆ ਸ਼ਕਤੀ ਨਾਲ ਅਲੋਪ ਹੋ ਗਏ। ਸਾਰਾ ਕੌਤਕ ਵੇਖ ਕੇ ਭਗਤ ਬੇਣੀ ਜੀ ਭਗਤੀ ਕਰਨੋਂ ਉੱਠੇ ਤੇ ਖੁਸ਼ੀ ਨਾਲ ਗਦਗਦ ਹੋ ਕੇ ਵਾਪਸ ਘਰ ਨੂੰ ਨੱਠ ਉੱਠੇ। ਜਦੋਂ ਘਰ ਆਏ ਤਾਂ ਉਹਨਾਂ ਦੀ ਪਤਨੀ ਉਹਨਾਂ ਨੂੰ ਖੁਸ਼ ਹੋ ਕੇ ਮਿਲੀ, ਚਰਨੀ ਹੱਥ ਲਾਇਆ, ਮੈਨੂੰ ਖਿਮਾ ਕਰਨਾ ਮਹਾਰਾਜ, ਮੈਂ ਭੁੱਲ ਗਈ ਸੀ ਕਿਉਂਕਿ ਭੁੱਖ ਨੇ ਤੰਗ ਕੀਤਾ ਸੀ। ਅਯੋਗ ਗੱਲਾਂ ਮੂੰਹੋਂ ਨਿਕਲ ਗਈਆਂ, ਮੈਨੂੰ ਮਾਫ ਕਰੋ। ਤੁਸੀਂ ਤਾਂ ਸਭ ਜਾਣੀ ਜਾਣ ਹੋ, ਰਾਜੇ ਦਾ ਬੰਦਾ ਸਭ ਕੁਝ ਦੇ ਗਿਆ ਹੈ, ਹੁਣ ਕਿਸੇ ਗੱਲ ਦਾ ਘਾਟਾ ਨਹੀਂ। ਪ੍ਰਭੂ ਨੇ ਸਾਡੀ ਗੱਲ ਸੁਣ ਲਈ ਹੈ। ਭਗਤ ਬੇਣੀ ਜੀ ਸੁਣ ਕੇ ਪ੍ਰਸੰਨ ਹੋ ਗਏ ਕਿ ਇਹ ਸਭ ਕੁਝ ਪ੍ਰਭੂ ਭਗਤੀ ਦਾ ਫਲ ਹੈ। ਜੋ ਮਾਇਆ ਆਈ ਤੇ ਨਾਲ ਹੀ ਘਰ ਦੀ ਇਸਤਰੀ ਵੀ ਖੁਸ਼ ਹੋ ਗਈ। ਬੇਣੀ ਜੀ ਨੇ ਭਗਤੀ ਕਰੀ ਜਾਣ ਦਾ ਮਨ ਬਣਾ ਲਿਆ ਤੇ ਉੱਘੇ ਭਗਤ ਬਣੇ। ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ। ਆਪ ਜੀ ਦੀ ਬਾਣੀ ਦਾ ਇੱਕ ਸ਼ਬਦ ਇਸ ਪ੍ਰਕਾਰ ਹੈ, ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਠਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਣ ਮੁਖ ਭਾਗਾ, ਕਲ ਭਗਵਤ ਬੰਦ ਚਿਰਾਮੰ, ਕਰੂਰ ਦਿਸ਼ਟ ਰਤਾ ਨਿਸਬਾਦੰ, ਨਿਤ ਪ੍ਰਤ ਇਸ਼ਨਾਨ ਸਰੀਰੰ, ਦੋਏ ਧੋਤੀ ਕਰਮ ਮੁਖ ਖੀਰੰ, ਹ੍ਰਿਦੈ ਛੁਰੀ ਸੰਧਿਆਨੀ, ਪਰ ਦਰਬ ਹਿਰਨ ਕੀ ਬਾਨੀ, ਸਿਲ ਪੂਜਸ ਚਕਰ ਗਣੇਸੰ, ਨਿਸ ਜਾਗਸ ਭਗਤ ਪਰਵੇਸੰ, ਪਗ ਨਾਚਸ ਚਿਤ ਅਕਰਮੰ, ਏ ਲੰਪਟ ਨਾਚ ਅਧਰਮੰ, ਮ੍ਰਿਗ ਆਸਣ ਤੁਲਸੀ ਮਾਲਾ, ਕਰ ਊਜਲ ਤਿਲਕ ਕਪਾਲਾ, ਹ੍ਰਿਦੈ ਕੂੜ ਕੰਠ ਰੁਦਰਾਖੰ, ਰੇ ਲੰਪਟ ਕ੍ਰਿਸ਼ਨ ਭਾਖੰ, ਜਿਨ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ, ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਸ ਦਾ ਪਰਮਾਰਥ ਇਉਂ ਹੈ, ਉਪਦੇਸ਼ ਦਿੰਦੇ ਹਨ, ਪੰਡਤ ਨੂੰ ਆਖਦੇ ਹਨ ਕਿ ਹੇ ਪੰਡਤ, ਤੇਰੇ ਹਿਰਦੇ ਵਿੱਚ ਪ੍ਰਭੂ ਭਗਤੀ ਹੈ ਜਾਂ ਨਹੀਂ? ਤਦੇ ਤਾਂ ਬ੍ਰਾਹਮਣ ਭੁੱਖੇ ਮਰਦੇ ਹਨ, ਕਿਉਂਕਿ ਉਹ ਭਗਤੀ ਨਹੀਂ ਕਰਦੇ, ਪਖੰਡ ਕਰਦੇ ਹਨ। ਆਪ ਫਰਮਾਉਂਦੇ ਹਨ, ਹੇ ਪੰਡਤ, ਤਨ ਨੂੰ ਚੰਦਨ ਨਾਲ ਤੇ ਮੱਥੇ ਨੂੰ ਚੰਦਨ ਦੇ ਪੱਤੇ ਲਾ ਕੇ ਤੂੰ ਸੀਤਲ ਰੱਖਦਾ ਹੈ, ਪਰ ਕਦੇ ਸੋਚਿਆ ਹੀ ਤੇਰੇ ਹਿਰਦੇ ਵਿੱਚ ਤਾਂ ਛੁਰੀ ਹੈ, ਭਾਵ ਖੋਟ ਹੈ। ਹਰ ਇੱਕ ਨਾਲ ਧੋਖਾ ਕਰਨ ਤੇ ਤੁਲਿਆ ਹੈ ਤੇ ਬਗਲੇ ਵਾਂ ਠੱਗੀ ਦੀ ਸਮਾਧੀ ਲਾ ਕੇ ਬੈਠਦਾ ਹੈ ਕਿ ਕੋਈ ਸ਼ੱਕ ਨਾ ਕਰੇ, ਜਦੋਂ ਦਾ ਲੱਗੇ ਤਦੋਂ ਖਾ ਪੀ ਜਾਵੇਂ।
ਉੱਪਰੋਂ ਤਾਂ ਵਿਸ਼ਨੂੰ ਭਗਤ ਜਾਪਦਾ ਹੈ ਜਿਵੇਂ ਜਾਨ ਨਹੀਂ ਹੁੰਦੀ, ਤੇ ਰਾਤ ਨੂੰ ਸੁਰਤ ਕੁੱਤੇ ਵਾਂਗ ਹੋ ਜਾਂਦੀ ਹੈ। ਪਾਪ ਕਰਮ ਵੱਲ ਦੌੜਿਆ ਫਿਰਦਾ ਹੋਇਆ ਕਾਮ ਕ੍ਰੋਧ ਵੱਲ ਜਾਂਦਾ ਹੈ, ਇਸਤਰੀ ਦਾ ਗੁਲਾਮ ਬਣਦਾ ਹੈ, ਚੋਰੀ ਕਰਦਾ, ਖਾਂਦਾ ਹੈ, 2 ਧੋਤੀਆਂ ਰੱਖਦਾ, ਇਸ਼ਨਾਨ ਕਰਦਾ, ਜ਼ੁਬਾਨ ਨਾਲ ਮਿੱਠੇ ਬੋਲ ਬੋਲਦਾ ਹੈ, ਮਨ ਵਿੱਚ ਬੇਈਮਾਨੀ ਹੈ, ਪਰਾਇਆ ਮਾਲ ਲੁੱਟਣ ਤੇ ਚੁੱਕਣ ਦੀ ਆਦਤ ਹੈ। ਆਪ ਜੀ ਦਾ ਜੀਵਨ ਕੈਸਾ ਹੈ? ਵਾਹ ਰੇ ਪੰਡਤ! ਦਵਾਰਕਾ, ਕਾਂਸ਼ੀ ਆਦਿਕ ਜਾ ਕੇ ਤਨ ਤੇ ਕਸ਼ਟ ਉਠਾਉਂਦਾ ਹੈ, ਪੱਥਰ ਦੀ ਪੂਜਾ ਕਰਦਾ ਹੋਇਆ ਪੱਥਰ ਰੂਪ ਬਣ ਗਿਆ ਹੈ। ਲਾਭ ਕੁਛ ਨਹੀਂ, ਲੋਕਾਂ ਕੋਲੋਂ ਮਾਇਆ ਲੈਣ ਤੇ ਠੱਗੀ ਕਰਨ ਵਾਸਤੇ ਨੱਚਦਾ ਹੈ, ਗਾਉਂਦਾ ਹੈ ਤੇ ਕਈ ਪ੍ਰਕਾਰ ਦੀ ਲੀਲਾ ਕਰਦਾ ਹੈ। ਵਾਹ ਤੇਰੇ ਪੰਡਤ! ਕਦੀ ਮ੍ਰਿਗਸ਼ਾਲਾ ਵਿਛਾ ਕੇ ਬੈਠ ਗਿਆ, ਕਦੀ ਤੁਲਸੀ ਦੀ ਮਾਲਾ, ਚੰਦਨ ਦਾ ਤਿਲਕ, ਜ਼ਬਾਨੋਂ ਜਾਪ, ਪਰ ਕਦੀ ਇਹ ਨਹੀਂ ਸੋਚਿਆ ਕਿ ਹਿਰਦਾ ਕਿੱਧਰ ਨੂੰ ਦੌੜਦਾ ਹੈ। ਖਿਆਲ ਤਾਂ ਨਾਰੀ ਭੋਗ ਵੱਲ ਨੱਠਦੇ ਹਨ। ਹੇ ਪੰਡਤ, ਇਹ ਪਖੰਡ ਹਨ। ਗਿਆਨ ਦੀ ਲੋੜ ਹੈ ਪ੍ਰਭੂ ਨੂੰ ਸ਼ੁੱਧ ਹਿਰਦੇ ਨਾਲ ਯਾਦ ਕੀਤਾ ਜਾਏ, ਮਨ ਦੀਆਂ ਵਾਸ਼ਨਾ ਰੋਕੀਆਂ ਜਾਣ, ਤਾਂ ਪ੍ਰਭੂ ਪਰਮਾਤਮਾ ਨਾਲ ਮੇਲ ਹੁੰਦਾ ਹੈ। ਐਸਾ ਉਪਦੇਸ਼ ਭਗਤ ਬੇਣੀ ਜੀ ਨੇ ਦਿੱਤਾ। ਪਰਮਾਤਮਾ ਨੇ ਐਸਾ ਭਾਗ ਲਾਇਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਘਾਟ ਨਾ ਰਹੀ, ਉਹ ਭਜਨ ਬੰਦਗੀ ਕਰਦੇ ਰਹੇ। ਅੱਜ ਉਹਨਾਂ ਦੇ ਨਗਰ ਅਸਨੀ ਵਿੱਚ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਪ੍ਰਭੂ ਨੂੰ ਜੋ ਚੇਤੇ ਕਰਦੇ ਹਨ, ਲੋਕ ਉਹਨਾਂ ਨੂੰ ਚੇਤੇ ਕਰਦੇ ਹਨ। ਐਸੀ ਨਾਮ ਦੀ ਮਹਿਮਾ ਹੈ। ਹੇ ਜਗਿਆਸੂ ਜਨੋ, ਤੁਸੀਂ ਵੀ ਭਗਤੀ ਕਰੋ, ਨਾਮ ਦਾ ਸਿਮਰਨ ਕਰੋ, ਤਾਂ ਕਿ ਕਲਯੁਗ ਵਿੱਚ ਤੁਹਾਡਾ ਕਲਿਆਣ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।